ਪ੍ਰਧਾਨਗੀ ਮੰਡਲ ਬੀਬੀ ਇੰਦਰਜੀਤ ਕੌਰ ਜੀ, ਸਮੂਹ ਵਿਦਵਾਨ, ਸਰਬੱਤ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਜਿਹੜਾ ਪੇਪਰ ਦਾ ਵਿਸ਼ਾ ਹੈ ਉਹ ਹੈ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਸਿੱਖ ਸਿਧਾਂਤ। ਇਸ ਪੇਪਰ ਦੇ ਲਿਖਣ ਮਨੋਰਥ ਬਾਰੇ ਥੋੜ੍ਹਾ ਜਿਹਾ ਮੈਂ ਹਿੰਟ ਦੇਣਾ ਕਿ ਪਿਛਲੇ ਸਮੇਂ 'ਚ ਮੈਂ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦਾ ਥੋੜ੍ਹਾ ਅਧਿਐਨ ਸ਼ੁਰੂ ਕੀਤਾ ਤਾਂ ਇੱਕ ਗੱਲ ਨਜ਼ਰ ਪਈ ਕਿ ਕਈ ਜਿਹੜੇ ਸਾਡੇ ਵਿਆਖਿਆਕਾਰ ਨੇ ਅੱਜ ਕੱਲ੍ਹ ਦੇ, ਜਾਂ ਈਵਨ ਨਾਮੀ ਇਤਿਹਾਸਕਾਰ ਵੀ, ਮੈਂ ਨਾਂ ਕਿਸੇ ਦਾ ਨਹੀਂ ਲੈਣਾ ਕਿਉਂਕਿ ਫਿਰ ਕੰਟਰੋਵਰਸ਼ੀਅਲ ਗੱਲ ਹੋ ਜਾਂਦੀ ਹੈ। ਅਸੀਂ ਗੱਲ ਉਹ ਕਰਨੀ ਹੈ ਜਿਹੜੀ ਇਹਨਾਂ ਗ੍ਰੰਥਾਂ ਦੀ ਭਾਵਨਾ ਹੈ। ਤਾਂ ਹੋਇਆ ਕਿ ਕੁਝ ਜਿਹੜੇ ਅਧਿਆਏ ਨੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ, ਉਹਨਾਂ ਨੂੰ ਮਿਥਿਹਾਸਕ ਕਹਿ ਕੇ ਇਨਡਾਇਰੈਕਟ ਵੇ 'ਚ ਰੱਦਣ ਦਾ ਯਤਨ ਕੀਤਾ ਗਿਆ। ਤਾਂ ਮੇਰਾ ਜਿਹੜਾ ਇਹ ਪੇਪਰ ਸੀ ਇਹ ਸਿਰਫ 5 ਅਧਿਆਇਆਂ 'ਤੇ ਉਹਦੀ ਸਮੱਗਰੀ ਲਈ ਗਈ ਹੈ, ਜਿਨ੍ਹਾਂ ਨੂੰ ਮਿਥਿਹਾਸਕ ਕਹਿ ਕੇ ਅੰਤਕਾ ਰੂਪ ਦੇ ਦਿੱਤਾ ਜਾਂਦਾ ਹੈ। ਤਾਂ ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜਿਸ ਗ੍ਰੰਥ ਦੀ ਗੁਰਦੁਆਰਿਆਂ 'ਚ ਰੋਜ਼ਾਨਾ ਸ਼ਾਮ ਨੂੰ ਕਥਾ ਹੁੰਦੀ ਹੋਵੇ, ਸਾਡੇ ਸਿਆਣੇ ਬਜ਼ੁਰਗਾਂ ਨੇ ਮਰਿਆਦਾ ਬੰਨੀ ਹੋਵੇ, ਉਹਦੇ ਬਾਰੇ ਥੋੜ੍ਹਾ ਜਿਹਾ ਉਹਦਾ ਜਿਹੜੀ ਬਾਹਰੀ ਦਿੱਖ ਹੈ, ਜਿਹੜੇ ਸਾਡੇ ਪੁਰਾਣੇ ਵਿਦਵਾਨ ਹੋਏ ਹੈ ਉਹਨਾਂ ਨੇ ਬੜੇ ਟਾਈਟਲ ਜਿਹੜੇ ਰੱਖਦੇ ਸੀ ਨਾ ਆਪਣੇ ਗ੍ਰੰਥਾਂ ਦੇ, ਕਿਤਾਬਾਂ ਦੇ ਕਹਿ ਲਓ, ਉਹ ਬੜੇ ਕਮਾਲ ਦੇ ਰੱਖਦੇ ਸੀ। ਇਹਨਾਂ ਨੇ ਰੱਖਿਆ ਸ੍ਰੀ ਗੁਰੂ ਨਾਨਕ ਪ੍ਰਕਾਸ਼। ਹਾਲਾਂਕਿ ਇਤਿਹਾਸ ਸ਼ਬਦ ਵੀ ਜਿਹੜਾ ਹੈ ਇਸ ਗ੍ਰੰਥ 'ਚ ਵਰਤਿਆ ਗਿਆ ਹੈ। ਕਵੀ ਸੰਤੋਖ ਸਿੰਘ ਉਹ ਸ਼ਖਸੀਅਤ ਹੈ ਜਿਹਨੂੰ ਪਤਾ ਹੈ ਕਿ ਮੈਂ ਕਿਸ ਸ਼ਖਸੀਅਤ ਬਾਰੇ ਗੱਲ ਕਰਨੀ ਹੈ, ਕਿਸ ਸ਼ਖਸੀਅਤ ਬਾਰੇ ਲਿਖਣਾ ਹੈ। ਤਾਂ ਉਹਨਾਂ ਦਾ ਜਿਹੜਾ ਟਾਈਟਲ ਹੈ ਇਹ ਆਪਣੇ ਆਪ ਹੀ ਡਿਪਿਕਟ ਕਰਦਾ ਹੈ ਕਿ ਗੁਰੂ ਨਾਨਕ ਸਾਹਿਬ ਕੀ ਨੇ। ਉਹਨਾਂ ਦਾ ਜਿਹੜਾ ਮਨੋਰਥ ਹੈ ਉਹ ਅੱਜ ਕੱਲ੍ਹ ਵਾਲੀ ਸੈਕੂਲਰ ਮਾਡਰਨ ਹਿਸਟਰੀ ਲਿਖਣਾ ਨਹੀਂ, ਉਹ ਤਾਂ ਸੈਕਰਡ ਹਿਸਟਰੀ ਲਿਖ ਰਿਹਾ ਹੈ। ਤਾਂ ਇਸ ਕਰਕੇ ਕਈ ਵਾਰੀ ਅਸੀਂ ਸ੍ਰੀ ਗੁਰੂ ਨਾਨਕ ਪ੍ਰਕਾਸ਼ ਨੂੰ ਸਿਰਫ ਇਤਿਹਾਸਕ ਦਸਤਾਵੇਜ਼ ਮੰਨ ਲੈਂਦੇ ਹਾਂ। ਇਹ ਸਿਰਫ ਇਤਿਹਾਸਕ ਦਸਤਾਵੇਜ਼ ਨਹੀਂ, ਇਹ ਰਿਲੀਜੀਅਸ ਡਾਕੂਮੈਂਟ ਵੀ ਹੈ। ਕਿਉਂਕਿ ਕਵੀ ਸੰਤੋਖ ਸਿੰਘ ਜਿਹੜਾ ਹੈ ਉਹਦੇ ਲਈ ਗੁਰੂ ਨਾਨਕ ਕੀ ਹੈ, ਪਹਿਲਾਂ ਗੱਲ ਹੋਈ ਹੈ, ਉਹ ਕਹਿੰਦੇ ਨਿਰੰਕਾਰ ਕੇ ਤੁਮ ਆਕਾਰਾ। ਨਿਰੰਕਾਰ ਦਾ ਆਕਾਰ ਹੈ ਗੁਰੂ ਨਾਨਕ ਕਵੀ ਸੰਤੋਖ ਸਿੰਘ ਲਈ। ਉਹਦੇ ਲਈ ਉਹ ਅਕਾਲ ਹੈ, ਪਰਮਾਤਮਾ ਦਾ ਨਿਜ ਰੂਪ ਹੈ। ਜਿਹੜੇ ਸ਼ਬਦ ਉਹਨਾਂ ਨੇ ਵਰਤੇ ਆ ਮੈਂ ਉਹੀ ਕਹਿ ਰਿਹਾ। ਤਾਂ ਹੁਣ ਕਵੀ ਸੰਤੋਖ ਸਿੰਘ ਨੇ ਕੀ ਕਰਨਾ ਹੈ, ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਇੱਕ ਕਰਤਾਰੀ ਪੁਰਖ ਵਜੋਂ ਸਿਰਜਣਾ ਹੈ। ਇਹ ਕਾਰਜ ਕਰਨ ਲਈ ਉਹ ਕਰਦੇ ਕੀ ਨੇ, ਕਿਉਂਕਿ ਇਤਿਹਾਸਕਾਰ E.H. ਕਾਰ ਨੇ ਲਿਖਿਆ ਵੀ ਜੇ ਕਿਸੇ ਦੀ ਰਚਨਾ ਪੜ੍ਹਨੀ ਹੋਵੇ ਪਹਿਲਾਂ ਉਸ ਬੰਦੇ ਬਾਰੇ ਪੜ੍ਹੋ, ਉਹ ਹੈ ਕੌਣ ਹੈ, ਕਿਹੋ ਜਿਹੀ ਟਰਮੀਨੋਲੋਜੀ ਯੂਜ ਕਰਦਾ ਹੈ, ਕਿੱਥੋਂ ਲੈ ਕੇ ਆਉਂਦਾ ਹੈ। ਤਾਂ ਕਵੀ ਸੰਤੋਖ ਸਿੰਘ ਭਾਰਤ ਦੀਆਂ ਜਿਹੜੀਆਂ ਪ੍ਰਸਿੱਧ ਭਾਸ਼ਾਵਾਂ ਨੇ ਜਿਨ੍ਹਾਂ 'ਚ ਬੜੇ ਪ੍ਰਕਾਂਡ ਵਿਦਵਾਨਾਂ ਨੇ ਗ੍ਰੰਥ ਲਿਖਿਆ ਹੈ, ਉਹਨਾਂ ਦਾ ਮਾਹਰ ਹੈ। ਗੁਰਮਤਿ ਗਿਆਨ ਉਹਨਾਂ ਨੇ ਗੁਰੂ ਘਰ 'ਚੋਂ ਲਿਆ, ਗਿਆਨੀ ਸੰਤ ਸਿੰਘ ਜੀ ਤੋਂ। ਨਿਰਮਲ ਸੰਪਰਦਾਇ ਦੇ ਵਿਦਵਾਨ ਨੇ। ਤੇ ਜਿਹੜੀ ਇੱਕ ਗੱਲ ਹੋਰ ਹੈ ਕਿ ਉਹ ਵੇਦਾਂਤ ਦਾ ਟ੍ਰੇਡ ਬੰਦਾ ਹੈ। ਤਾਂ ਹੁਣ ਕਈ ਜਿਹੜੇ ਹੈ ਸਾਡੇ ਅੱਜ ਕੱਲ੍ਹ ਦੇ ਇਤਿਹਾਸਕਾਰ ਜਾਂ ਵਿਆਖਿਆਕਾਰ ਉਹ ਇਹ ਸਮਝਦੇ ਹੈ ਵੀ ਇਹ ਇੱਕ ਇਤਿਹਾਸਕ ਗ੍ਰੰਥ ਹੈ, ਇਤਿਹਾਸ ਦੀ ਕਥਾ ਹੁੰਦੀ ਹੈ। ਅਸੀਂ ਆਮ ਤੌਰ 'ਤੇ ਇਹ ਗੱਲਾਂ ਕਰਦੇ ਹਾਂ। ਤਾਂ ਕਵੀ ਸੰਤੋਖ ਸਿੰਘ ਕੀ ਕਰਦੇ ਹੈ, ਸਭ ਤੋਂ ਪਹਿਲਾਂ ਤਾਂ ਉਹ ਭਗਤੀ ਕਰਦੇ ਹੈ, ਗੁਰੂ ਅੱਗੇ ਅਰਦਾਸ ਕਰਦੇ ਹੈ, ਗੁਰੂ ਸਾਹਿਬ
बल बख्शो कि मैं तुहाडा गुरु जस लिख सकां। अपने उस्ताद की प्रेरणा नाल ये काम शुरू करते हैं। फिर की हुंदा है, मैं पढ़िया कि उन्होंने 9 साल गुरु नानक देव जी दे नाल संबंधित समग्री एकत्र करन लई लाए, उहदा अध्ययन किया। इत्थे ही बस नहीं, उस समय जिहड़े है कवि संतोख सिंह एक गरीब व्यक्ति सीगे, मैरिड सीगे। वो कमाल की गल देखो, उन्होंने वो समग्री इकट्ठी करन लई करजा लिया। सारा अध्ययन करन तो बाद 2 साल वो श्री गुरु नानक प्रकाश लिखण दी लाउंदे है, कलम नाल लिखदे है। और लिखण वेले किन्ना अभ्यास करदे है, एक एक छंद नूं बोलदे है, फिर तोलदे है। कई समझते ने बड़ी जिहड़ियां पिंगल दियां जां काव दियां अलंकारां दियां बड़ियां उडारियां लाइयां ने कवि संतोख सिंह जी ने, बिल्कुल लाइयां। पर श्री गुरु नानक प्रकाश कलियां काव उडारियां जां कल्पनावां नहीं, ये उन्हां दी सेवा सिमरन बंदगी जां बंदगी भरे हिरदे नाल जिहड़ा गुरु जस लिखिया है वो श्री गुरु नानक प्रकाश है। ਤਾਂ ਇਹ ਗੱਲਾਂ ਜਦੋਂ ਸਾਨੂੰ ਪਤਾ ਹੋਣਗੀਆਂ ਤਾਂ ਫਿਰ ਅਸੀਂ ਇਸ ਤਰ੍ਹਾਂ ਨਹੀਂ ਕਰਾਂਗੇ ਵੀ ਜਦੋਂ ਪੜ੍ਹਨ ਲੱਗਾਂਗੇ ਉਹਦੇ 'ਚ ਕਿਸੇ ਦੇਵੀ ਦੇਵਤੇ ਦਾ ਨਾਂ ਆ ਗਿਆ, ਕੋਈ ਮਿਥਿਹਾਸਕ ਹਵਾਲੇ ਵਰਤ ਲਏ ਗਏ, ਉਹਨਾਂ ਦੇ ਆਧਾਰ ਤੇ ਅਸੀਂ ਕਹਿ ਦਾਂਗੇ ਇਹ ਤਾਂ ਚੈਪਟਰ ਜਿਹੜੇ ਹੈਗੇ ਆ ਕਲਪਨਾ ਦੇ ਆਧਾਰਿਤ ਨੇ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਉਤਰਾਰਧ ਦਾ ਜਿਹੜਾ ਦੂਜਾ ਚੈਪਟਰ ਹੈ ਉਹਦੇ ਤੇ ਕਿਸੇ ਇਤਿਹਾਸਕਾਰ ਨੇ ਇਤਰਾਜ਼ ਕੀਤਾ ਵੀ ਮਿਥਿਹਾਸਕ चैप्टर है। मैं सिर्फ वो गल करके बंद कर देना। मैं पहला गल की है भी भाई संतोख सिंह जिहड़े है उन्हां दा मनोरथ करतारी पुरख वजों गुरु नानक देव जी नूं चितरना है। उन्हां दा मनोरथ जिहड़ा कारज भाई गुरदास ने सिखां च कीता है, भाई गुरदास नूं पढ़दिआं शरधा पैदा हुंदी है। तां कवि संतोख सिंह जी की रचना की जदों शाम नूं गुरुद्वारिਆਂ ਵਿੱਚ कथा ਹੁੰਦੀ है तो बड़ी शरधा नाल लोक सुनते हैं, श्रवण करते हैं। तो ਜਿਹੜੀ उन्हां दी अनुभवी किरत विच घुली हुई शरधा है, वो शरधा होर शरधा उपजाउण विच सफल है, असीं देखते हैं। कवि संतोख सिंह गुरु घर विच प्रवान होया, क्योंकि अनुभव नूं लिखण लई अनुभव की लोड़ हुंदी है। वो जिहड़ा सी वो कवि संतोख सिंह कोले सी। रचनावां च कमियां रह जांदियां, वो एक वक्री गल है। पर अध्याई रद्द देने जां बिल्कुल ही कह देना तो मिथिहास की। मैं उस चैप्टर के आधार पर 9 खंडां वाली साखी ते गल करांगा। मैं हुण भाई गुरदास लिखदे है, बाबा डिठी पिरथमी 9 खंड जिथे तक आही, जिथों तक भी है बाबा देखे ध्यानतर होने इतिहासकार नूं जां अज दे व्याख्याकार नूं जिन्हां दी साडी मैथोडोलॉजी ये अपनाई हुई है, असीं फैक्ट भालदे हां। उहनूं किवें दस्सिया जावे विच बेई नदी वाला जिहड़ा प्रसंग है भी बाबा किहड़े समय कित्थे मुलाकात हुई, किवें मिलिया। तां ये जिहड़ी सैकड़ हिस्टरी लिखण वाले कवि संतोख सिंह नूं जिहड़ा इस तरह दीयां सानूं इशारे करदे आ ना लोक, शायद वो ये भुल जाते हैं भी सिख हिस्टोरियोग्राफी जिहड़ी है वो कवि संतोख सिंह जानता है। तो कवि संतोख सिंह की करते ने 9 खंडां वाली साखी, मेरा ये मनना है जिन्ना कि मैं अध्ययन किया, हजे उन्नी मेरी उम्र नहीं, वड्डे विद्वान बैठे है, भी कवि संतोख सिंह भाई गुरदास तो बहुत प्रभावित है। क्योंकि सूरज प्रतीक जिहड़ा है वो भाई गुरदास जी ने वरत्या, होर भी वरत्या होया। तो उस तरह जिमें 9 खंड वो कहते हैं भी बाबे ने देखे जां प्रगट भई सगले युग अंतर गुरु नानक की वडियाई। सारे युगां विच गुरु नानक की वडियाई का प्रताप जिहड़ा सानूं दस्सिया गया है। तो फिर 9 खंड जिहड़ी पृथ्वी है, असीं की करदे हां जिड्डे क असीं आ उड्डे क असीं बाबे ते मापदंड ला लैंदे हां। ਤਾਂ ਉਹਦੇ ਵਿੱਚ ਹੈ कि वो ਕਹਿੰਦੇ भी ਇਹਦੇ ਇਹਨਾਂ ਅਧਿਆਇਆਂ ਦਾ ਜਿਹੜਾ ਹੈਗਾ ਨਾ ਤਾਂ ਇਤਿਹਾਸ ਨਾਲ ਕੋਈ ਸੰਬੰਧ ਹੈ ਤੇ ਨਾ ਗੁਰਮਤਿ ਨਾਲ ਸੰਬੰਧ ਹੈ। ਹੁਣ ਅਸੀਂ ਉਹਨਾਂ ਵਿੱਚੋਂ ਜਿਹੜੇ ਹੈ ਹਵਾਲੇ ਲੈ ਕੇ ਗੁਰਮਤਿ ਨਾਲ ਸੰਬੰਧ ਇਹ ਤੁਸੀਂ ਨਿਰਣਾ ਕਰ ਲੈਣਾ, ਮੇਰਾ ਯਤਨ ਹੈ।
9 ਜਿਹੜੇ ਖੰਡਾਂ ਵਾਲੀ ਸਾਖੀ ਹੈ, ਦੂਜਾ ਅਧਿਆਇ ਹੈ ਉਤਰਾਰਧ ਦਾ। ਨੋ ਡਾਊਟ ਇਹ ਜਿਹੜੇ ਖੰਡ ਨੇ ਇਹ ਪੁਰਾਣਾ 'ਚ ਵੀ ਵਰਤੇ ਗਏ ਆ। ਤਾਂ ਪਹਿਲੇ ਖੰਡ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਜਾਂਦੇ ਆ, ਉੱਥੇ ਇੱਕ ਸ਼ੇਰਾਂ ਦਾ ਟੋਲਾ ਹੈ। ਉਹ ਕਹਿੰਦੇ ਆ ਮਹਾਰਾਜ ਜਦੋਂ ਗੁਰੂ ਨਾਨਕ ਦੇਵ ਜੀ ਕੋਲ ਜਾਂਦੇ ਆ, ਕਹਿੰਦੇ ਆ ਮਹਾਰਾਜ ਅਸੀਂ ਬੜੇ ਚਿਰ ਦੇ ਇੱਥੇ ਜਿੰਨੇ ਜਾਨਵਰ ਅਸੀਂ ਖਾ ਗਏ, ਹੁਣ ਜਾਨਵਰ ਵੀ ਖਤਮ ਹੋ ਗਏ, ਹੁਣ ਭੁੱਖੇ ਮਰਦੇ ਆ, ਕੀ ਕਰੀਏ, ਕਿਵੇਂ ਮੁਕਤੀ ਹੋਵੇ, ਬੜੇ ਦੁਖੀ ਆ। ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਆ ਵੀ ਤੁਹਾਨੂੰ ਮਨੁੱਖਾ ਜੋਨੀ ਦੇ ਦਿੰਨੇ ਆ। ਤਾਂ ਮਨੁੱਖ ਜੋਨੀ ਇੱਕ ਇਹੋ ਜਿਹੀ ਜੋਨੀ ਹੈ ਜਿਹਦੇ ਵਿੱਚ ਤੁਸੀਂ ਰੱਬ ਦੀ ਭਗਤੀ ਕਰ ਸਕਦੇ ਹੋ, ਸੇਵਾ ਸਿਮਰਨ ਕਰ ਸਕਦੇ ਹੋ, ਤੇ ਜਿਹੜੀ ਹੈ ਮੁਕਤੀ ਪ੍ਰਾਪਤ ਕਰ ਸਕਦੇ ਹੋ। ਹੁਣ ਇਸ ਕਥਾ ਰਾਹੀਂ ਜਿਵੇਂ ਛੋਟੀਆਂ ਕਲਾਸਾਂ 'ਚ ਪੜ੍ਹਾਇਆ ਜਾਂਦਾ ਸੀ ਨਾ, ਇੱਕ ਕਹਾਣੀ ਲਾਲਚੀ ਕੁੱਤਾ, ਵੀ ਇੱਕ ਕੁੱਤਾ ਜਾਂਦਾ ਹੈ, ਉਹਦੇ ਮੂੰਹ 'ਚ ਜਿਹੜਾ ਮਾਸ ਦਾ ਟੁਕੜਾ ਹੈ, ਗਾਂ ਖੂਹ ਦੇਖਦਾ, ਉਹਦੇ 'ਚ ਆਪਣਾ ਪਰਛਾਵਾਂ ਦੇਖਦਾ, ਉਹਨੂੰ ਲੱਗਦਾ ਦੂਸਰਾ ਕੁੱਤਾ ਖੜਾ ਹੈ, ਉਹਨੂੰ ਭੌਂਕਣ ਲੱਗ ਜਾਂਦਾ ਲਾਲਚ ਵਸ, ਤੇ ਜਿਹੜਾ ਆਪਣਾ ਵੀ ਡੇਗ ਲੈਂਦਾ। ਤਾਂ ਉਹਦਾ ਮੈਸੇਜ ਕੀ ਸੀ ਵੀ ਲਾਲਚ ਬੁਰੀ ਬਲਾ ਹੈ। ਤਾਂ ਇਹ ਜਿਹੜੀਆਂ ਕਥਾਵਾਂ ਨੇ ਇਹਨਾਂ ਨੂੰ ਅਸੀਂ ਕੀ ਕਰਦੇ ਹਾਂ, ਪਾਤਰਾਂ ਤੇ ਉਲਝ ਜਾਂਦੇ ਹਾਂ। ਪਾਤਰ ਕਿਸੇ ਵੀ ਯੁੱਗ ਦਾ ਹੋਵੇ, ਕਿਤੋਂ ਵੀ ਚੱਕਿਆ ਹੋਵੇ, ਸੰਦੇਸ਼ ਤਾਂ ਗੁਰਮਤਿ ਦਾ ਹੈ। ਤਾਂ ਇਹੀ ਕਵੀ ਸੰਤੋਖ ਸਿੰਘ ਕਰਦੇ ਆ। ਹੁਣ ਇੱਥੇ ਜਿਹੜੀ ਹੈ ਮਨੁੱਖ ਜਨਮ ਦੀ ਉੱਤਮਤਾ ਜਿਹੜੀ ਗੁਰਬਾਣੀ 'ਚ ਦੱਸੀ ਹੈ, ਉਹਦਾ ਸੰਕੇਤ ਹੈ ਸਿੱਧਾ ਸਿੱਧਾ। ਦੂਜੇ ਖੰਡ 'ਚ ਜਾਂਦੇ ਆ, ਉੱਥੇ ਸੋਨੇ ਦੀ ਧਰਤੀ ਹੈ। ਹੁਣ ਅਸੀਂ ਉਲਝ ਜਾਂਦੇ ਹਾਂ ਵੀ ਸੋਨੇ ਦੀ ਧਰਤੀ ਕਿੱਥੋਂ ਹੋ ਗਈ। ਇੱਕ ਗੱਲ ਮੈਂ ਹੋਰ ਕਰਦਾ ਵੀ ਇਹ ਮੈਂ ਸੁਣਿਆ ਕਿਸੇ ਵਿਗਿਆਨੀ ਤੋਂ ਵੀ ਧਰਤੀ ਦੀ ਸਥਿਤੀ ਜਿਹੜੀ ਹੈ ਬ੍ਰਹਮੰਡ 'ਚ ਇੰਨੀ ਕੁ ਹੈ ਜਿੰਨੀ ਕੁ ਧਰਤੀ ਤੇ ਚੱਲਦੀ ਹੋਈ ਕੀੜੀ ਦੀ ਹੈ। ਤਾਂ ਕੀੜੀ ਹੈ ਜਿਹੜੀ ਅਸੀਂ ਜਾਂਦੇ ਜਾਂਦੇ ਪਤਾ ਨਹੀਂ ਕਿੰਨੀਆਂ ਕੀੜੀਆਂ ਮਸਲ ਦਿੰਦੇ ਆ। ਤਾਂ ਉਹ ਤੇ ਰਹਿਣ ਵਾਲਾ ਬੰਦਾ ਉਹ ਕਿਸ ਤਰ੍ਹਾਂ ਦੇ ਆਪਣੇ ਜਿਹੜਾ ਬੁੱਧੀ ਨੂੰ ਪਰਬਲ ਮੰਨਦਾ ਹੈ, ਇਹ ਆਪਾਂ ਅੰਦਾਜ਼ਾ ਲਾ ਸਕਦੇ। ਹੁਣ ਇਹ ਸੋਨੇ ਦੀ ਧਰਤੀ ਹੈ, ਉੱਥੇ ਜੋ ਗੋਰਖਨਾਥ ਦੇ ਚੇਲੇ ਰਹਿੰਦੇ ਆ, ਉਹ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਆ ਵੀ ਅਸੀਂ ਜਿਹੜਾ ਜਪ ਤਪ ਤਾਂ ਕਰਦੇ ਆ, ਸ਼ਾਂਤੀ ਨਹੀਂ ਮਿਲਦੀ। ਤਾਂ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਫਿਰ ਕਹਿੰਦੇ ਆ ਵੀ ਸਤਨਾਮ ਦਾ ਜਾਪ ਕਰਿਆ ਕਰੋ। ਇਹਦੇ ਵਿੱਚ ਕਿਹੜੀ ਗੁਰਮਤਿ ਦੀ ਗੱਲ ਨਹੀਂ ਹੈ। ਅਸੀਂ ਪਾਤਰਾਂ ਤੇ ਨਾ ਖੜੀਏ, ਅਸੀਂ ਕਹਾਣੀ ਦੇ ਮੈਸੇਜ ਤੇ ਚੱਲੀਏ। ਅਗਾਂਹ ਉਹ ਕਿਮਪੁਰਖ ਖੰਡ ਜਾਂਦੇ ਆ, ਉੱਥੋਂ ਦਾ ਰਾਜਾ ਹੈ, ਉਹ ਬੜਾ ਸੇਵਾਦਾਰ ਹੈ, ਸੇਵਾ ਕਰਦਾ ਹੈ। ਗੁਰੂ ਨਾਨਕ ਸਾਹਿਬ ਪਹਿਲਾਂ ਉਹਦੀ ਪਰਖ ਕਰਦੇ ਆ। ਬਾਲੇ ਨੂੰ ਜਿਹੜਾ ਹੈਗਾ ਸ਼ੇਰ ਬਣਾ ਦਿੰਦੇ ਆ, ਉਹਨੂੰ ਕਹਿੰਦਾ ਸਾਡਾ ਸ਼ੇਰ ਭੁੱਖਾ ਹੈ, ਤੇ ਇਹਨੂੰ ਜਿਹੜਾ ਰਜਾ ਭਾਈ, ਉਹ ਜਦੋਂ ਸਾਰਾ ਕੁਝ ਖਤਮ ਹੋ ਜਾਂਦਾ ਉਹ ਆਪਣਾ ਬੱਚਾ ਪੇਸ਼ ਕਰ ਦਿੰਦਾ। ਉਹ ਕਹਿੰਦੇ ਭਾਈ ਤੇਰੀ ਪਰਖ ਪੂਰੀ ਹੋ ਗਈ, ਤੂੰ ਸੇਵਾਦਾਰ ਤਾਂ ਪੱਕਾ ਹੈ, ਪਰ ਹੁਣ ਸਿਮਰਨ ਵੀ ਕਰਿਆ ਕਰ। ਹੁਣ ਇਹ ਸਿਧਾਂਤ ਨੇ ਗੁਰਮਤਿ ਦੇ, ਸੇਵਾ ਦੇ ਨਾਲ ਸਿਮਰਨ ਵੀ ਕਰਨਾ ਹੈ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਸ਼ਰਧਾ ਪੈਦਾ ਕਰਦਾ ਸਾਡੇ 'ਚ। ਅੱਗੇ ਇਸੇ ਤਰ੍ਹਾਂ ਹਰ ਵਰਖ ਖੰਡ ਜਾਂਦੇ ਆ, ਕੁਰਖੰਡ ਜਾਂਦੇ ਆ, ਜਿਹੜੀ ਬੜੀ ਕਮਾਲ ਦੀ, ਜਿਹੜੇ ਖਾਸ ਕਰਕੇ ਬੌਧਿਕ ਵਿਸ਼ਲੇਸ਼ਣ ਸਮਝਦੇ ਆ ਸ੍ਰੀ ਗੁਰੂ ਨਾਨਕ ਪ੍ਰਕਾਸ਼ ਨੂੰ। ਉੱਥੇ ਜਾਂਦੇ ਆ, ਉੱਥੋਂ ਦੇ ਲੋਕਾਂ ਦੀ ਕੀ ਧਾਰਨਾ ਹੈ, ਉਹ ਕੀ ਕਰਦੇ ਆ ਵੀ ਜਿਹੜਾ ਜਦੋਂ ਤਾਂ ਬੱਚਾ ਜੰਮਦਾ ਹੈ ਉਦੋਂ ਤਾਂ ਰੋਂਦੇ ਆ, ਜਦੋਂ ਮਰ ਜਾਂਦਾ ਉਦੋਂ ਹੱਸਦੇ ਆ। ਬੁੱਧੀ ਜਦੋਂ ਜ਼ਿਆਦਾ ਬਲਵਾਨ ਹੋ ਜੇ ਉਦੋਂ ਇਸ ਤਰ੍ਹਾਂ ਦੇ ਜਿਹੜੇ ਆ ਖਿਆਲਾਤ ਹੋ ਜਾਂਦੇ ਆ ਬੰਦਿਆਂ ਦੇ। ਤਾਂ ਮਰਦਾਨਾ ਕਹਿੰਦਾ ਵੀ ਬਾਬਾ ਇਹ ਕੀ ਖੇਡ ਹੈ। ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਇਹ ਅਧਿਕ ਗਿਆਨੀ ਨੇ, ਚਲੋ ਆਪਾਂ ਦੇਖਦੇ ਹਾਂ। ਤਾਂ ਉਹਨਾਂ ਨਾਲ ਗੱਲਬਾਤ ਕਰਦੇ ਆ। ਉਹ ਕਹਿੰਦੇ ਜੀ ਵੀ ਜਦੋਂ ਤਾਂ ਬੰਦਾ ਜੰਮਦਾ ਉਦੋਂ ਪਰਮਾਤਮਾ ਤੋਂ ਵਿਛੜ ਕੇ ਆਉਂਦਾ ਹੈ, ਤੇ ਜਦੋਂ ਮਰਦਾ ਉਦੋਂ ਮਿਲਾਪ ਹੁੰਦਾ। ਇਸ ਕਰਕੇ ਅਸੀਂ ਜਦੋਂ ਜੰਮਦਾ ਉਦੋਂ ਰੋਂਦੇ ਆ, ਤੇ ਜਦੋਂ ਮਰਦਾ ਉਦੋਂ ਖੁਸ਼ ਹੁੰਦੇ ਆ। ਤਾਂ ਫਿਰ ਗੁਰੂ ਨਾਨਕ ਸਾਹਿਬ ਕਹਿੰਦੇ ਆ ਵੀ ਰੱਬ ਤਾਂ ਸਾਰੇ ਥਾਵਾਂ ਤੇ ਆ, ਤੁਸੀਂ ਵਿਛੜਦੇ ਕਿਹਦੇ ਤੋਂ, ਤੁਸੀਂ ਵਿਛੜਦੇ ਕਿਹਦੇ ਤੋਂ। ਇਹ ਹੁਣ ਸਿਧਾਂਤ ਹੈ ਗੁਰਮਤਿ ਦੇ। ਉਹ ਕਹਿੰਦੇ ਇਹ ਨਹੀਂ ਹੈ, ਅਸਲ ਕਾਰਨ ਕੀ ਹੈ ਸਾਡੇ, ਪਰਮਾਤਮਾ ਪੂਰਨ ਹੈ ਸਾਰੇ। ਪਰਮਾਤਮਾ ਜਿਹੜਾ ਹੈ ਸਾਰੇ ਪੂਰਨ ਹੈ। ਵਿਛੜੇ ਤੋ ਕਤ ਨਾਹੀ ਨਿਰਾਰੇ। ਵਿਛੜਨਾ ਤਾਂ ਹੁੰਦਾ ਨਾ ਜਿੱਥੇ ਤੁਹਾਡੇ ਅੰਦਰ ਵੀ ਹੈ, ਬਾਹਰ ਵੀ ਹੈ, ਸਰਬ ਵਿਆਪਕ ਹੈ। ਇਹ ਹੁਣ ਗੁਰਮਤਿ ਦਾ ਸਿਧਾਂਤ ਦ੍ਰਿੜਾਇਆ ਕਵੀ ਸੰਤੋਖ ਸਿੰਘ ਨੇ। ਉਹ ਕਹਿੰਦੇ ਅਸਲ ਗੱਲ ਕੀ ਹੈ ਵੀ ਅਸੀਂ ਵਾਸ਼ਨਾ ਦੇ ਅਧੀਨ ਆ, ਉਹਦੇ ਕਰਕੇ ਜਿਹੜੀਆਂ ਇਹ ਜੁਨੀਆਂ ਪ੍ਰਾਪਤ ਕਰਦੇ ਆ। ਅੱਗੇ ਕੇਤਮਾਲ ਜਾਂਦੇ ਆ, ਉੱਥੇ ਕੀ ਹੁੰਦਾ ਵੀ ਰਾਜਾ ਜਿਹੜਾ ਹੈ ਉਹ ਚੰਡੀ ਦਾ ਪੁਜਾਰੀ ਹੈ। ਹੁਣ ਇਹੋ ਜਿਹਾ ਕੋਈ ਨਾ ਆ ਜੇ
ਸਾਡੇ ਵਿਆਖਿਆਕਾਰਾਂ ਦੇ ਉਹਦੀ ਮੇਰੇ ਵਰਗਿਆਂ ਦੇ ਖੁਰਕ ਆਉਣ ਲੱਗ ਜਾਂਦੀ ਹੈ ਵੀ ਹੁਣ ਕੱਟਣਾ ਹੈ ਇਹਨੂੰ। ਜਿਵੇਂ ਪਹਿਲਾਂ ਗੱਲ ਹੋਈ ਹੈ ਵੀ ਸੰਦਰਭ ਨਹੀਂ ਦੇਖਣਾ, ਪ੍ਰਸੰਗ ਨਹੀਂ ਦੇਖਣਾ, ਪਾਤਰ ਨਹੀਂ ਦੇਖਣੇ, ਸੰਦੇਸ਼ ਨਹੀਂ ਦੇਖਣਾ। ਤਾਂ ਹੁਣ ਚੰਡੀ ਦਾ ਉਪਾਸਕ ਹੈ ਰਾਜਾ, ਉਹ ਦੇਖਦਾ ਵੀ 3 ਬੰਦੇ ਅਣਜਾਣ ਜੇ ਆ ਕੇ ਬਲੀ ਦੇਣੀ ਹੈ, ਬਾਲੇ ਨੂੰ ਫੜ ਲਿਆ ਜਾਂਦਾ ਹੈ। ਬਾਲੇ ਨੂੰ ਬਲੀ ਦੇਣ ਲਈ ਲਿਜਾਇਆ ਜਾਂਦਾ, ਮਰਦਾਨਾ ਕਹਿੰਦਾ ਫਸ ਗਿਆ ਬਾਈ ਤੂੰ। ਉਹ ਇਸ ਤਰ੍ਹਾਂ ਦੇ ਹਾਸ ਰਸ ਵੀ ਉਹ 'ਚ ਪੈਦਾ ਕੀਤੇ ਗਏ ਆ। ਬੜੀ ਕਮਾਲ ਦੀ ਰਚਨਾ ਸ੍ਰੀ ਗੁਰੂ ਨਾਨਕ ਪ੍ਰਕਾਸ਼। ਤਾਂ ਜਦੋਂ ਲੈ ਕੇ ਜਾਂਦੇ ਆ ਬਲੀ ਕੋਲੇ ਜਾਂਦੇ ਆ ਤਾਂ ਦੇਵੀ ਪ੍ਰਗਟ ਹੁੰਦੀ ਹੈ, ਉਹ ਰਾਜੇ ਦਾ ਸਿਰ ਵੱਢ ਦਿੰਦੀ ਹੈ। ਤਾਂ ਫਿਰ ਗੁਰੂ ਨਾਨਕ ਸਾਹਿਬ ਕਹਿੰਦੇ ਆ ਵੀ ਇਹ ਕੀ ਹੋ ਗਿਆ? ਉਹ ਦੇਵੀ ਕਹਿੰਦੀ ਹੈ ਵੀ ਜਿਹੜੀ ਹੈ ਮੈਂ ਭਗਤਾਂ ਦੀ ਰੱਖਿਅਕ ਹਾਂ। ਤਾਂ ਇਦੋਂ ਬਾਅਦ ਕੀ ਹੁੰਦਾ? ਜਿਹੜਾ ਰਾਜੇ ਦਾ ਮੁੰਡਾ ਜਿਹਨੇ ਗੱਦੀ ਸਾਂਭਣੀ ਹੁੰਦੀ ਹੈ, ਉਹ ਗੁਰੂ ਨਾਨਕ ਸਾਹਿਬ ਦਾ ਭਗਤ ਮੰਨਦਾ, ਉਹਨੂੰ ਕਹਿੰਦਾ ਸਤਿਗੁਰੂ ਮੈਨੂੰ ਉਪਦੇਸ਼ ਦਿਓ। ਤਾਂ ਹੁਣ ਕਵੀ ਸੰਤੋਖ ਸਿੰਘ ਦਾ ਕਮਾਲ ਦੇਖੋ, ਚੰਡੀ ਪੂਜਣ ਵਾਲੇ ਨੂੰ ਗੁਰੂ ਨਾਨਕ ਦੇਵ ਜੀ ਦਾ ਸੇਵਕ ਬਣਾਤਾ। ਇਹ ਹੈ ਮੈਸੇਜ। ਇੱਕ 7ਵਾਂ ਖੰਡ ਹੈ ਰਮਕ ਖੰਡ, ਜਿੱਥੇ ਜਾਂਦੇ ਆ, ਇਹ ਵੀ ਬੜੀ ਕਮਾਲ ਦੀ ਇਹਦੇ 'ਚ ਮੈਸੇਜ ਹੈ। ਉਹ ਕਹਿੰਦੇ 2 ਦ੍ਰਿਸ਼ਟੀਆਂ ਹੁੰਦੀਆਂ, ਇੱਕ ਕੂਕਰ ਦ੍ਰਿਸ਼ਟੀ, ਕੁੱਤੇ ਦੀ ਦ੍ਰਿਸ਼ਟੀ, ਇੱਕ ਸ਼ੇਰ ਦੀ। ਕੁੱਤਾ ਕੀ ਕਰਦਾ? ਜਿਹੜਾ ਉਹ ਸੋਟੀ ਮਾਰਦਾ ਉਹ ਸੋਟੀ ਨੂੰ ਪੈਂਦਾ, ਕੁੱਤਾ ਸੋਟੀ ਉੱਤੇ। ਸ਼ੇਰ ਕੀ ਕਰਦਾ? ਉਹ ਮਾਰਨ ਵਾਲੇ ਨੂੰ ਪੈਂਦਾ। ਤਾਂ ਉਹ ਕਹਿੰਦੇ ਵੀ ਰੱਬ ਹੀ ਸਭ ਕੁਝ ਹੈ, ਅਸੀਂ ਬੰਦਿਆਂ ਨਾਲ ਐਵੇਂ ਵਿਰੋਧ ਸਿਰਜੇ ਹੋਇਆ, ਸਭ ਕੁਝ ਕਰਨ ਕਰਾਉਣ ਵਾਲਾ। ਇਹ ਤੋਂ ਬਾਅਦ ਭੱਦਰ ਖੰਡ ਹੈ, ਇਹਦੇ 'ਚ ਵੀ ਸੰਦੇਸ਼ ਹੈ। ਦੇਖੋ ਮੈਂ ਇੱਕ ਚੈਪਟਰ ਦੇ ਜਿਹੜਾ ਰੱਦਿਆ ਗਿਆ, ਜਿਹਨੂੰ ਮਿਥਿਹਾਸ ਕਹਿ ਦਿੱਤਾ ਗਿਆ, ਉਸੇ ਦੀ ਗੱਲ ਕਰ ਰਿਹਾ, ਜਿਹਦੇ 'ਚ ਸਿਧਾਂਤ ਕਿੰਨੇ ਪਏ ਆ। ਅੱਗੇ ਭੱਦਰ ਖੰਡ 'ਚ ਜਾਂਦੇ 8ਵੇਂ ਖੰਡ 'ਚ, ਉੱਥੇ ਵੀ ਰਾਜਾ ਕਹਿੰਦਾ ਵੀ 4 ਆਸ਼ਰਮ ਨੇ, ਕਿਹੜਾ ਸ੍ਰੇਸ਼ਟ ਹੈ? ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਆ ਸੁਣ ਕਰ ਬੋਲੇ ਬਚਨ ਕਿਰਪਾਲਾ, ਸਭ ਤੇ ਜਾਨੋ ਗ੍ਰਸਤ ਵਿਸਾਲਾ। ਵੀ ਸਾਰਿਆਂ ਤੋਂ ਗ੍ਰਸਤ 4 ਆਸ਼ਰਮ ਹੋਇਆ। ਅੱਗੇ ਲਿਖਦੇ ਆ ਮੂਲ ਬਿਟਕੋ ਗ੍ਰਸਤ ਪਛਾਨੋ, ਆਸ਼ਰਮ ਅਪਰ ਜੇ ਸਾਖ। ਕਹਿੰਦੇ ਵੀ ਮੂਲ ਹੈ ਜਿਹੜਾ ਉਹ ਗ੍ਰਸਤ ਹੈ, ਬਾਕੀ ਸਾਰੇ ਉਹਦੇ ਤੋਂ ਪੈਦਾ ਹੋਏ ਪਏ ਆ। ਲਾਸਟ ਖੰਡ ਹੈ ਜਿਹੜਾ ਉਸ ਚੈਪਟਰ ਦਾ, ਉਹ ਹੈ ਭਾਰਤ ਖੰਡ। ਫਿਰ ਉਹ ਜੰਮੂ ਆ ਜਾਂਦੇ ਆ। ਇਹ ਵੀ ਬੜਾ ਕਮਾਲ ਦਾ ਖੰਡ ਹੈ। ਇਹਦੇ ਵਿੱਚ ਜਿੱਥੋਂ ਤੱਕ ਮੈਂ ਜਿਹੜਾ ਇਹਦਾ ਐਨਾਲਿਸਿਸ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਤਾਬਾਂ ਦੇ ਹੈਲਪ ਨਾਲ, ਇਹਦੇ ਵਿੱਚ ਭਾਰਤੀ ਮਾਨਸਿਕਤਾ ਦੱਸੀ ਗਈ ਹੈ। ਲਿਖਿਆ ਜਗਤ ਜਾਨੀਏ ਸੁਪਨ ਸਮਾਨਾ, ਸਤ ਆਤਮਾ ਏਕ ਪਛਾਨਾ। ਭਾਰਤੀਆਂ ਨੇ ਏਕ ਨਹੀਂ ਪਛਾਣਿਆ, ਬਹੁ ਦੇਵਾਦੀ ਰਹੇ ਹੈ। ਐਂਡ ਤੇ ਲਿਖਦੇ ਆ ਮੋਹ ਫਸੇ ਨਰ ਦੁੱਖ ਸੁਖ ਮਾਨਤ। ਸਾਨੂੰ ਮੋਹ ਬੜਾ ਹੈ। ਕੱਲ ਬਾਬਾ ਦੀਪ ਸਿੰਘ ਤੇ ਗੱਲ ਹੋ ਰਹੀ ਸੀ, ਕਿਸੇ ਵਿਦਵਾਨ ਨੇ ਕਿਹਾ ਵੀ ਸ਼ਹਾਦਤ ਦਾ ਸੰਕਲਪ ਹੈ ਜਿਹੜਾ, ਇਹ ਸਿੱਖ ਧਰਮ ਤੋਂ ਪਹਿਲਾਂ ਭਾਰਤੀ ਪਰੰਪਰਾ ਵਿੱਚ ਨਹੀਂ ਸੀ। ਮੈਂ ਉਸ ਗੱਲ 'ਚ ਨਹੀਂ ਜਾਂਦਾ। ਜਿਹੜਾ ਮਰਨ ਦਾ ਚਾਅ ਹੈ ਉਹ ਸਿੱਖੀ ਨੇ ਪੈਦਾ ਕੀਤਾ। ਤਾਂ ਬਾਕੀ ਜਿਹੜੇ ਅਸੀਂ ਜਿੰਨੀਆਂ ਸਟੋਰੀਆਂ ਪੜ੍ਹਦੇ ਆ, ਰਾਜ ਲਈ ਮਿੰਨਤਾਂ ਕਰਦੇ ਆ, ਅਰਦਾਸਾਂ ਕਰਦੇ ਆ, ਭਜਨ ਕਰਦੇ ਆ, ਵੱਡੇ ਇਸ਼ਟ ਕੋਲੇ ਜਾਂਦੇ ਆ, ਮਰਨ ਦਾ ਚਾਅ ਨਹੀਂ ਹੈ। ਮਰਨ ਦਾ ਚਾਅ ਸਿੱਖੀ ਨੇ ਦਿੱਤਾ ਹੈ। ਇਹ ਸਿਧਾਂਤ ਜਿਹੜੇ ਆ ਕਵੀ ਸੰਤੋਖ ਸਿੰਘ ਨੇ ਦੱਸਿਆ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।